ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਘਰਾਂ ਵਿੱਚ ਰੋਜ਼ਾਨਾ ਹੀ ਸਬਜ਼ੀਆਂ ਬਣਦੀਆਂ ਤੇ ਇਹ ਸਬਜ਼ੀ ਤੋਂ ਬਿਨਾ ਸਾਡੀ ਜਿਹੜੀ ਜ਼ਿੰਦਗੀ ਆ ਉਹ ਬੇਸਵਾਦੀ ਜੀ ਹੈ। ਪਰ ਮੁਸ਼ਕਲ ਹੁਣ ਇਹ ਆ ਕਿ ਬਾਜ਼ਾਰ ਦੇ ਵਿੱਚ ਜਿੰਨੀ ਕੁ ਸਬਜ਼ੀ ਆ ਰਹੀ ਆ ਉਹਦੇ ਵਿੱਚ ਜ਼ਿਆਦਾਤਰ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਤੇ ਨਾਲ ਉਹ ਸਬਜ਼ੀ ਦਾ ਆਕਾਰ ਵਧਾਉਣ ਵਾਸਤੇ ਕੁਝ ਜ਼ਹਿਰੀਲੇ ਟੀਕੇ ਲਾਏ ਜਾਂਦੇ ਆ। ਸੋ ਇਸ ਕਰਕੇ ਉਹ ਸਬਜ਼ੀਆਂ ਸਿਹਤ ਲਈ ਹਾਨੀਕਾਰਕ ਨੇ। ਪਰ ਦੂਸਰੇ ਪਾਸੇ ਜਿਹੜੀਆਂ ਕੁਦਰਤੀ ਸਬਜ਼ੀਆਂ ਫਲ ਤਿਆਰ ਕੀਤੇ ਜਾ ਰਹੇ ਆ ਉਹ ਚੰਗੀ ਗੱਲ ਆ, ਪਰ ਇਹਦੇ ਵਾਸਤੇ ਮਿਹਨਤ ਕਾਫੀ ਕਰਨੀ ਪੈਂਦੀ ਆ ਤੇ ਫਲ ਵੀ ਘੱਟ ਲੱਗਦਾ ਤੇ ਇਹਦਾ ਰੰਗ ਰੂਪ ਵੀ ਦੂਸਰੀਆਂ ਸਬਜ਼ੀਆਂ ਵਰਗਾ ਨਹੀਂ ਹੁੰਦਾ, ਜਿਵੇਂ ਦੂਜੀਆਂ ਚਮਕਾਂ ਮਾਰਦੀਆਂ। ਸੋ ਇਸ ਕਰਕੇ ਚਾਹੀਦਾ ਤਾਂ ਇਹੋ ਹੀ ਆ ਕਿ ਅਸੀਂ ਆਪਣੀਆਂ ਸਬਜ਼ੀਆਂ ਉਗਾਈਏ ਤੇ ਆਪਣੇ ਘਰ ਦੇ ਵਿੱਚ ਉਹਨਾਂ ਦੀ ਵਰਤੋਂ ਕਰੀਏ। ਸੋ ਮੈਂ ਕੁਝ ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਕੱਦੂ ਦੀਆਂ ਕੁਝ ਫੋਟੋਆਂ ਪਾਈਆਂ ਸੀਗੀਆਂ ਤੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਕੱਦੂ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਦਿਲਚਸਪੀ ਵਿਖਾਈ ਸੀ। ਸੋ ਬੇਸ਼ੱਕ ਹਰ ਸਾਲ ਹੀ ਅਸੀਂ ਸਬਜ਼ੀ ਆਪਣੇ ਘਰ ਵਿੱਚ ਲਾਉਂਦੇ ਹਾਂ ਤੇ ਇਸ ਵਾਰ ਕੱਦੂ ਖਾਸ ਕਰਕੇ ਬਹੁਤ ਜ਼ਿਆਦਾ ਲੱਗੇ ਆ ਤੇ ਉਹਦੇ ਪਿੱਛੇ ਇੱਕ ਦੋ ਕਾਰਨ ਆ ਤੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਜਿਹੜੀ ਮੈਨੂੰ ਜਾਣਕਾਰੀ ਕਿਸੇ ਸੱਜਣ ਨੇ ਦਿੱਤੀ ਸੀ ਉਹਦੇ ਮੁਤਾਬਕ ਆਪਾਂ ਚੱਲੇ ਤਾਂ ਬਹੁਤ ਵਧੀਆ ਜਿਹੜੀ ਕੱਦੂ ਆ ਉਹ ਲੱਗੇ ਆ। ਸਭ ਤੋਂ ਪਹਿਲਾਂ ਤਾਂ ਕੱਦੂ ਦੇ ਬੀਜ ਬਾਰੇ ਆ ਕਿ ਜਿਹੜੇ ਬੀਜ ਆ ਕੱਦੂ ਦੇ ਉਹ ਹੁਣ ਵਿਗਿਆਨੀਆਂ ਨੇ ਲਗਭਗ ਕੇਵਲ ਕੱਦੂ ਹੀ ਨਹੀਂ ਬਾਕੀ ਵੀ ਫਸਲਾਂ ਦੇ ਵਿੱਚ ਆਰਗੈਨਿਕ ਦੇ ਨਾਮ ਤੇ ਹਾਈਬ੍ਰਿਡ ਦੇ ਨਾਮ ਦੇ ਉੱਤੇ ਉਹਨਾਂ ਨੇ ਉਹ ਬੀਜ ਜਿਹੜਾ ਅਸਲ ਆ ਉਹ ਖਤਮ ਕਰ ਦਿੱਤੇ ਆ ਤੇ ਇਸ ਕਰਕੇ ਹਰ ਸਾਲ ਹੀ ਤੁਹਾਨੂੰ ਨਵੇਂ ਬੀਜ ਜਿਹੜੇ ਖਰੀਦਣੇ ਪੈਂਦੇ ਆ। ਚੰਗੀ ਕੰਪਨੀ ਦੇ ਬੀਜ ਹੋਣ ਤੇ ਕੱਦੂ ਦੀਆਂ ਜਿਹੜੀਆਂ ਵੇਲਾਂ ਉਹ ਚੰਗੀ ਕਿਸੇ ਨਰਸਰੀ ਤੋਂ ਵੀ ਲਈਆਂ ਜਾ ਸਕਦੀਆਂ। ਸੋ ਇਹ ਜਿਹੜਾ ਬੂਟਾ ਤੁਸੀਂ ਦੇਖ ਰਹੇ ਆ ਇਹ ਅਸੀਂ ਦੋਵੇਂ ਤਰ੍ਹਾਂ ਦੇ ਕੱਦੂ ਲਾਏ ਆ, ਲੰਬੇ ਵੀ ਤੇ ਗੋਲ ਵੀ, ਜਿਹਨੂੰ ਲੌਕੀ ਵੀ ਕਹਿ ਦਿੰਦੇ ਆ ਤੇ ਦੇਸੀ ਕੱਦੂ ਵੀ ਕਹਿ ਦਿੰਦੇ ਆ। ਤੇ ਇਹ ਕਰੀਬ ਫਰਵਰੀ ਦੇ ਅਖੀਰ 'ਚ ਵੇਲ ਜਿਹੜੀ ਆ ਉਹ ਲਾ ਦਿੱਤੀ ਗਈ ਸੀ। ਸੋ ਸਹਿਜੇ ਇਹ ਵੱਧਦੀ ਗਈ ਆ, ਪਰ ਠੰਡ ਤੋਂ ਇਹਦਾ ਬਚਾਅ ਕਰਨਾ ਪੈਂਦਾ ਸਰਦੀ ਦੇ ਵਿੱਚ, ਫਰਵਰੀ ਖਾਸ ਕਰਕੇ। ਤੇ ਜਦੋਂ ਕੋਰਾ ਪੈਂਦਾ ਤੇ ਉਹਦੇ ਕਾਰਨ ਇਹ ਬਹੁਤ ਛੇਤੀ ਜਿਹੜਾ ਕੱਦੂ ਆ, ਕਿਉਂਕਿ ਪੱਤੇ ਬਹੁਤ ਮੁਲਾਇਮ ਹੁੰਦੇ ਆ ਤੇ ਇਹ ਸੜ ਜਾਂਦਾ, ਤਾਂ ਉਹਦੇ ਵਾਸਤੇ ਇਸ ਨੂੰ ਢੱਕ ਕੇ ਰੱਖਣਾ ਵੀ ਬਹੁਤ ਜ਼ਰੂਰੀ ਆ। ਤੇ ਮੈਂ ਤੁਹਾਨੂੰ ਕੁਝ ਕੱਦੂ ਦਿਖਾਉਂਦਾ ਆ ਕਿ ਜਿਹੜੇ ਸਾਡੇ ਇੱਥੇ ਲੱਗੇ ਹੋਏ ਆ ਔਰ ਉਹਨਾਂ ਦਾ ਆਕਾਰ ਦੇਖੋ ਕਿ ਆਹ ਦੇਖੋ ਜੀ, ਉਹ ਦੇਖ ਸਕਦੇ ਹੋ ਤੁਸੀਂ ਕਿ ਇਹ ਕਿੰਨਾ ਵੱਡਾ ਲੰਬਾ ਕੱਦੂ ਲੱਗਾ। ਇਸੇ ਤਰ੍ਹਾਂ ਹੀ ਹੋਰ ਵੀ ਆ, ਆਹ ਦੇਖੋ ਜੀ, ਕਰੀਬ 2-2.5 ਕਿਲੋ ਦੇ। ਤੇ ਉਹ ਵੀ ਅਸੀਂ ਥੋੜਾ ਜਿਹਾ ਜੇ ਛੇਤੀ ਤੋੜ ਲੈਂਦੇ ਆ ਕਿ ਜ਼ਿਆਦਾ ਸਖਤ ਨਾ ਹੋ ਜਾਣ, ਇਸ ਕਰਕੇ। ਤਾਂ ਕੁਝ ਕੱਦੂ ਇਸ ਤਰ੍ਹਾਂ ਦੇ ਵੀ ਲੱਗੇ ਆ ਕਿ ਢੇਰਾਂ ਦੇ ਢੇਰ ਹੀ ਨੇ, ਜਿਵੇਂ ਅੰਗੂਰਾਂ ਦੇ ਗੁੱਛੇ ਲੱਗਦੇ ਆ। ਆ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਅੰਗੂਰ ਦਾ ਗੁੱਛਾ ਲੱਗਾ ਹੋਵੇ, ਇਸ ਤਰ੍ਹਾਂ ਇਹ ਜਿਹੜੀਆਂ ਲੌਕੀਆਂ ਇਹ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ। ਤਾਂ ਇਹਦਾ ਕਾਰਨ ਇੱਕ ਹੋਰ ਆ, ਉਹ ਮੈਨੂੰ ਜੋ ਸਮਝਾਇਆ ਗਿਆ ਸੀਗਾ ਮੈਂ ਸਮਝਿਆ ਤੇ ਉਹਨੂੰ ਅਪਲਾਈ ਕੀਤਾ ਤੇ ਉਹਦੇ ਕਾਰਨ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਫਲ ਬਣ ਰਿਹਾ। ਕੱਦੂ ਦੇ ਵਿੱਚ ਵੀ ਨਰ ਤੇ ਮਾਦਾ ਹੁੰਦਾ, ਜਿਵੇਂ ਬੱਚਾ ਪੈਦਾ ਹੁੰਦਾ, ਠੀਕ ਇਹੋ ਹੀ ਜਿਹੜੀ ਕਿਰਿਆ ਉਹ ਲਗਭਗ ਸਾਰੇ ਹੀ ਫੁੱਲਦਾਰ ਜਿਹੜੇ ਬੂਟੇ ਆ, ਚਾਹੇ ਉਹ ਸਬਜ਼ੀ ਆ ਤੇ ਚਾਹੇ ਕੋਈ ਫਲ ਫਰੂਟ ਆ, ਉਹਨਾਂ ਸਾਰਿਆਂ 'ਚ ਹੀ ਹੁੰਦਾ। ਤੁਸੀਂ ਵੱਡੇ ਵੱਡੇ ਬਾਗਾਂ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਉੱਥੇ ਇਸ ਚੀਜ਼ ਵਾਸਤੇ ਮਧੂ ਮੱਖੀਆਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ, ਉਹ ਡੱਬੇ ਰੱਖੇ ਜਾਂਦੇ ਆ। ਕਾਰਨ ਕੀ ਹੁੰਦਾ ਕਿ ਇੱਕ ਫੁੱਲ ਤੋਂ ਉੱਡ ਕੇ ਤੇ ਮੱਖੀ ਦੂਜੇ ਫੁੱਲ ਤੇ ਬੈਠਦੀ ਆ। ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਆ ਕਿ ਇਹਦੇ ਵਿੱਚ ਪਛਾਣ ਕਿਸ ਤਰ੍ਹਾਂ ਕੀਤੀ ਜਾਵੇ ਕਿ ਇਹ ਜਿਹੜਾ ਫੁੱਲ ਆ ਇਹ ਨਰ ਆ ਤੇ ਇਹ ਮਾਦਾ। ਤਾਂ ਉਹਦੇ ਵਾਸਤੇ ਸੌਖਾ ਜਿਹਾ ਮੈਂ ਤੁਹਾਨੂੰ ਢੰਗ ਤਰੀਕਾ ਦੱਸ ਦਿੰਦਾ। ਇਹ ਦੋ ਤਰ੍ਹਾਂ ਦੇ ਫੁੱਲ ਤੁਹਾਨੂੰ ਇੱਥੇ ਨਜ਼ਰ ਆਉਣਗੇ ਜੀ। ਇੱਕ ਆ ਜਿਹੜਾ ਆ ਫੁੱਲ ਨਜ਼ਰ ਆ ਰਿਹਾ, ਇਹ ਸਿਰਫ ਗੋਲ ਫੁੱਲ ਤੁਹਾਨੂੰ ਨਜ਼ਰ ਆਏਗਾ
ਇਹਨੂੰ ਫਲ ਨਹੀਂ ਬਣਨਾ। ਇਹ ਇਸ ਟਾਹਣੀ ਦੇ ਉੱਤੇ ਹੋਰ ਵੀ ਫੁੱਲ ਲੱਗੇ ਆ, ਪਹਿਲੇ ਵੀ ਆ ਵੇਖੋ, ਇਹ ਹੌਲੀ ਹੌਲੀ ਕੁਮਲਾ ਜਾਣਗੇ ਤੇ ਝੜ ਜਾਣਗੇ। ਆ ਵੀ ਫੁੱਲ ਆ। ਇਸ ਨੂੰ ਇਹਨੂੰ ਨਰ ਕਿਹਾ ਜਾਂਦਾ ਜੀ, ਜਿਹੜਾ ਇਸ ਤਰ੍ਹਾਂ ਦਾ ਆ। ਇਹਨੂੰ ਫਲ ਨਹੀਂ ਲੱਗਣਾ। ਪਰ ਦੂਸਰੇ ਪਾਸੇ ਦੇਖੀਏ ਹੁਣ ਤੇ ਇਹ ਹੈ ਮਾਦਾ। ਇਹ ਮਾਦਾ, ਇਹ ਕੱਦੂ ਬਣ ਰਿਹਾ ਤੇ ਇਹਦੇ ਉੱਤੇ ਨਾਲ ਹੀ ਫੁੱਲ ਨਿਕਲ ਰਿਹਾ। ਆ ਦੇਖੋ, ਇਹ ਬਹੁਤ ਜ਼ਿਆਦਾ ਇਸ ਤਰ੍ਹਾਂ ਛੋਟੇ ਛੋਟੇ। ਆ ਦੇਖੋ, ਆ ਵੀ ਲੱਗਾ, ਆ ਵੀ ਆ, ਇਹ ਆ ਵੀ ਆ ਸਾਹਮਣੇ। ਹਾਂਜੀ, ਉਹ ਸਾਹਮਣੇ ਵੀ ਲੱਗੀ ਹੋਈ ਹੈ ਲੌਕੀ। ਤਾਂ ਕਰਨਾ ਆਪਾਂ ਕੀ ਆ ਕਿ ਜਿਵੇਂ ਆਪਾਂ ਕਿਸੇ ਨਵੇਂ ਫੁੱਲ ਨੂੰ, ਮਾਦੇ ਨੂੰ ਤੋੜ ਸਕਦੇ ਹਾਂ ਤੇ ਆਹ ਵਿਚਲਾ ਹਿੱਸਾ ਜਿਹੜਾ ਇਹਦਾ ਵਿਚਲਾ ਭਾਗ ਆ, ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਉਹ ਆਪਾਂ ਨੂੰ ਚਾਹੀਦਾ ਹੈ ਉੱਤੋਂ ਤੋੜ ਕੇ। ਆਹ ਜਿਹੜੀ ਚੀਜ਼ ਆ ਸਾਨੂੰ ਇਹ ਚਾਹੀਦੀ ਹੁੰਦੀ ਹੈ। ਇਹਦੇ ਉੱਤੇ ਇੱਕ ਬੂਰ ਜਿਹਾ ਲੱਗਾ। ਇਹ ਬੂਰ ਜ਼ਿਆਦਾਤਰ ਮਧੂ ਮੱਖੀਆਂ ਇਹਨਾਂ ਤੇ ਬੈਠਦੀਆਂ ਆਣ ਕੇ ਸ਼ਹਿਦ ਲੈਣ ਵਾਸਤੇ। ਇੱਥੋਂ ਉੱਡ ਕੇ ਤੇ ਜਦੋਂ ਉਹ ਮਾਦਾ ਫੁੱਲ ਦੇ ਉੱਤੇ ਜਾ ਕੇ ਬੈਠਦੀ ਆ ਤੇ ਉਹਦੇ ਨਾਲ ਉਹ ਕਿਰਿਆ ਸ਼ੁਰੂ ਹੋ ਜਾਂਦੀ ਆ, ਜਿਸ ਕਰਕੇ ਜਿਹੜੇ ਫੁੱਲ ਆ ਉਹ ਫਿਰ ਝੜਦੇ ਨਹੀਂ, ਸੁੱਕਦੇ ਨਹੀਂ ਤੇ ਉਹ ਫਲ ਬਣਨੇ ਸ਼ੁਰੂ ਹੋ ਜਾਂਦੇ ਆ। ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਜਿਵੇਂ ਆਹ ਨਾਰਿਆ, ਆਹ ਮਾਦਾ ਆ ਮੇਰੇ ਹੱਥ ਵਿੱਚ, ਆ ਜੋ ਮੇਰੇ ਹੱਥ ਵਿੱਚ ਫੁੱਲ ਆ, ਇਹਨੂੰ ਆਪਾਂ ਨਰ ਕਹਿੰਦੇ ਆ। ਤੇ ਇਹ ਜੋ ਸਾਹਮਣੇ ਲੱਗਾ ਫਲ, ਇਸ ਨੂੰ ਆਪਾਂ ਮਾਦਾ ਕਵਾਂਗੇ। ਤੇ ਜੇ ਇਹਦੇ ਤੇ ਮੱਖੀ ਇਸ ਤਰ੍ਹਾਂ ਉੱਡ ਕੇ ਨਾ ਬੈਠੇ ਜਾਂ ਹੋਰ ਕੋਈ ਕੀੜੇ ਕਾਡੇ ਇਸ ਤਾਂ ਦੂਜੀ ਥਾਂ ਨਾ ਪਹੁੰਚਣ ਤਾਂ ਇਹ ਸੁੱਕ ਜਾਊ। ਹੁਣ ਇਹਨੂੰ ਕਰਨਾ ਕੀ ਪੈਣਾ ਕਿ ਵਿਚਕਾਰੋਂ ਇਹਦੀ ਜਿਹੜੀ ਜਗ੍ਹਾ ਆ ਦੇਖੋ, ਇਹਨੂੰ ਇਸ ਤਰ੍ਹਾਂ ਖਾਲੀ ਕਰ ਲਓ ਤੇ ਉਹਦੇ ਉੱਤੇ ਮਾੜਾ ਜਿਹਾ ਇਸ ਨੂੰ ਛੁਹਾ ਦੇਣਾ ਇਸ ਤਰ੍ਹਾਂ ਕਰਕੇ। ਸੋ ਜਿੰਨੇ ਵੀ ਇਸ ਤਰ੍ਹਾਂ ਦੇ ਬੂਟੇ ਤੁਹਾਨੂੰ ਨਜ਼ਰ ਆਉਂਦੇ ਆ, ਮਾਦਾ ਫੁੱਲ ਜਿਹੜੇ, ਉਹਨਾਂ ਉੱਤੇ ਤੁਸੀਂ ਇਸ ਤਰ੍ਹਾਂ ਟੱਚ ਕਰ ਦੇਣਾ ਥੋੜਾ ਥੋੜਾ, ਬੜੇ ਆਰਾਮ ਦੇ ਨਾਲ, ਜਾਂ ਕਿਸੇ ਬਰਸ਼ ਦੇ ਨਾਲ ਵੀ ਇਹ ਵਿਚਕਾਰਲਾ ਹਿੱਸਾ ਲੈ ਕੇ ਤੇ ਉਹਦੇ ਉੱਤੇ ਲਾਇਆ ਜਾ ਸਕਦਾ। ਤੇ ਆਮ ਤੌਰ ਤੇ ਇਹ ਜਿਹੜਾ ਕੰਮ ਆ ਮਧੂ ਮੱਖੀਆਂ ਤੇ ਤਿਤਲੀਆਂ ਜਾਂ ਹੋਰ ਛੋਟੀਆਂ ਛੋਟੀਆਂ ਭੁੰਡੀਆਂ ਆਪਣੇ ਆਪ ਹੀ ਕਰ ਦਿੰਦੀਆਂ। ਪਰ ਕਈ ਵਾਰ ਇਹ ਮੁਸ਼ਕਲ ਆ ਜਾਂਦੀ ਆ, ਕਿਉਂਕਿ ਮੱਖੀਆਂ ਨਹੀਂ ਹੁੰਦੀਆਂ ਗਰਮੀ ਦੇ ਵਿੱਚ, ਜਾਂ ਤਿਤਲੀਆਂ ਵੀ ਘੱਟ ਹੈ ਕਈ ਥਾਵਾਂ ਤੇ, ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਤਾਂ ਉੱਥੇ ਇਹ ਜਿਹੜੇ ਫਲ ਨਹੀਂ ਬਣਦੇ। ਸੋ ਉਹਦੇ ਵਾਸਤੇ ਇੱਕ ਹੱਲ ਹੋਰ ਹੈ ਕਿ ਤੁਸੀਂ ਥੋੜਾ ਜਿਹਾ ਸ਼ਹਿਦ, ਜਿਵੇਂ ਚਮਚ ਕੁ ਸ਼ਹਿਦ ਪਾ ਕੇ, ਤਾਂ ਜਦੋਂ ਫੁੱਲ ਨਿਕਲੇ ਆ ਤਾਂ ਉਦੋਂ ਉਹਨਾਂ ਦੇ ਉੱਤੇ ਤੁਸੀਂ ਉਹਦੀ ਸਪਰੇਅ ਕਰ ਦਿਓ। ਮਿੱਠੇ ਦੇ ਕਾਰਨ ਜਿਹੜੀਆਂ ਮੱਖੀਆਂ ਉੱਡ ਕੇ ਤੇ ਉਹਨਾਂ ਫੁੱਲਾਂ ਦੇ ਉੱਤੇ ਬੈਠਣਗੀਆਂ ਤੇ ਨਰ ਤੇ ਮਾਦਾ ਤੇ ਇਸ ਤਰ੍ਹਾਂ ਦੋਵਾਂ ਥਾਂ ਤੇ ਉਹ ਟੱਚ ਹੋਣ ਕਾਰਨ ਜਿਹੜਾ ਫਲ ਬਣਨਾ ਸ਼ੁਰੂ ਹੋ ਜਾਂਦਾ। ਦੂਸਰਾ ਤੁਹਾਨੂੰ ਮੈਂ ਇੱਕ ਵੇਲ ਹੋਰ ਬਾਹਰ ਹੈਗੀ ਆ ਜੀ, ਆਹ ਦੀਵਾਰ ਦੇ ਉੱਤੇ ਚੜਾਈ, ਇਹ ਵੀ ਜ਼ਰੂਰੀ ਆ ਕਿਉਂਕਿ ਵੇਲਾਂ ਇਹ ਭਾਰੀਆਂ ਹੁੰਦੀਆਂ। ਹੁਣ ਜਿਵੇਂ ਇਹ ਕੱਦੂ ਇੱਥੇ ਲੱਗ ਰਹੇ ਆ ਤੇ ਜੇ ਇਹਨੂੰ ਕਿਸੇ ਤਾਰ ਨਾਲ ਬੰਨਾਂਗੇ ਜਾਂ ਕਿਸੇ ਹੋਰ ਚੀਜ਼ ਦਾ ਸਹਾਰਾ ਦੇਵਾਂਗੇ ਤੇ ਇਹ ਬਹੁਤ ਜ਼ਿਆਦਾ ਭਾਰ ਹੋ ਜਾਣਾ, ਜਿਸ ਕਰਕੇ ਡਿੱਗ ਪੈਣਾ। ਤੇ ਕੋਸ਼ਿਸ਼ ਕਰੋ ਕਿ ਜਿਹੜੀਆਂ ਕੱਦੂ ਦੀਆਂ ਵੇਲਾਂ ਉਹ ਕਿਸੇ ਦਰਖਤ ਦੇ ਨਾਲ, ਤੇ ਜਾਂ ਜੇ ਕਿਤੇ ਤੁਹਾਡੀ ਦੀਵਾਰ ਹੋਵੇ ਖਾਲੀ ਤਾਂ ਉਹਦੇ ਉੱਤੇ ਤੁਸੀਂ ਚੜਾ ਸਕਦੇ ਆ। ਸੋ ਮੈਂ ਤੁਹਾਨੂੰ ਹੁਣ ਦੂਸਰਾ ਪਾਸਾ ਦਿਖਾਉਣਾ ਜੀ ਦੀਵਾਰ ਦਾ। ਤੇ ਇੱਧਰ ਵੀ ਦੇਖੋ, ਇੱਧਰ ਵੀ ਫੁੱਲ ਲੱਗੇ ਆ, ਆਹ ਵੇਖੋ, ਇੱਥੇ ਵੀ ਲੌਕੀਆਂ ਬਹੁਤ ਸਾਰੀਆਂ ਜਿਹੜੀਆਂ ਬਣ ਰਹੀਆਂ ਤੇ ਪਹਿਲਾਂ ਲੱਗੀਆਂ ਵੀ ਹੋਈਆਂ। ਹਾਂਜੀ, ਤਾਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਇਹ ਕਈ ਗੱਲਾਂ ਦਾ ਧਿਆਨ ਰੱਖਣਾ ਪੈਣਾ ਕਿ ਇਹਨਾਂ ਨੂੰ ਕਈ ਵਾਰ ਕੀੜੇ ਵੀ ਪੈ ਜਾਂਦੇ ਆ। ਜਿਵੇਂ ਬਹੁਤ ਜ਼ਿਆਦਾ ਮਿੱਟੀ ਘੱਟਾ ਹੋਵੇ ਤਾਂ ਉਹਨਾਂ ਫੁੱਲਾਂ ਦੇ ਵਿੱਚ ਮਿੱਟੀ ਜੰਮਣ ਦੇ ਕਾਰਨ ਛੋਟੇ ਛੋਟੇ ਜਿਹੜੇ ਕੀੜੇ ਉਹ ਬਣ ਜਾਂਦੇ ਆ, ਤੇ ਜਿਹਦੇ ਕਾਰਨ ਫਿਰ ਫਲ ਨਹੀਂ ਬਣਦਾ, ਉਹ ਸੁੱਕ ਜਾਂਦਾ ਜਾਂ ਸੜ ਜਾਂਦਾ। ਤਾਂ ਉਹਦੇ ਵਾਸਤੇ ਜ਼ਰੂਰੀ ਆ ਕਿ ਜਦੋਂ ਫਲ ਬਣ ਗਿਆ ਤਾਂ ਉਹਦੇ ਉੱਤੇ ਮਿੱਟੀ ਘੱਟਾ ਹੋਵੇ, ਜਾਂ ਤਾਂ ਉਹਨੂੰ ਪਾਣੀ ਦੇ ਨਾਲ ਸਾਫ਼ ਕਰਦੇ ਰਹੋ ਉੱਤੇ ਫੁਹਾਰਾ ਮਾਰ ਕੇ, ਤੇ ਜਾਂ ਫਿਰ ਜੇ ਸੁੰਡੀਆਂ ਪੈ ਗਈਆਂ
ਤੇ ਫਿਰ ਮਿਰਚਾਂ ਦਾ ਘੋਲ, ਜੇ ਦਵਾਈ ਆਪਾਂ ਨਹੀਂ ਵਰਤਣਾ ਚਾਹੁੰਦੇ ਤੇ ਮਿਰਚਾਂ ਦਾ ਘੋਲ ਜਿਹੜਾ ਉਹ ਪਾਇਆ ਜਾ ਸਕਦਾ। ਨਿੰਮ ਦਾ ਤੇਲ ਆ, ਉਹਦੀ ਰਲਾ ਕੇ ਪਾਣੀ ਦੇ ਵਿੱਚ ਤੇ ਉਹਦੀ ਸਪਰੇਅ ਕੀਤੀ ਜਾ ਸਕਦੀ ਆ। ਸੋ ਇਸ ਤਰ੍ਹਾਂ ਇਹਨਾਂ ਕੀੜਿਆਂ ਤੋਂ, ਸੁੰਡੀਆਂ ਤੋਂ ਬਚਾਅ ਕੀਤਾ ਜਾ ਸਕਦਾ। ਪਰ ਉਹਦੇ ਨਾਲ ਇਹ ਹੋ ਜਾਂਦਾ ਕਿ ਜਿਹੜੀਆਂ ਮੱਖੀਆਂ ਨੇ, ਤਿਤਲੀਆਂ ਨੇ ਆਣ ਕੇ ਉੱਤੇ ਬੈਠਣਾ ਸੀ, ਉਹ ਫਿਰ ਘਟ ਜਾਂਦੀਆਂ। ਠੀਕ ਹੈ ਜੀ। ਹੁਣ ਥੋੜਾ ਜਿਹਾ ਧਿਆਨ, ਇਹ ਬਾਹਰ ਵੇਖੋ ਜੀ, ਆ ਇਹਦੀ ਜੜ ਆ। ਤੇ ਇੱਕ ਖੁਰਾਕ ਬਾਰੇ ਜਿਨ੍ਹਾਂ ਨੇ ਪੁੱਛਿਆ ਸੀ, ਖੁਰਾਕ ਇਹਨੂੰ ਕੋਈ ਬਹੁਤ ਜ਼ਿਆਦਾ ਨਹੀਂ ਚਾਹੀਦੀ, ਤੇ ਪਰ ਜੇ ਤੁਹਾਡੇ ਕੋਲ ਘਰ ਦੀ ਖੁਰਾਕ ਦੇਸੀ ਹੈਗੀ ਆ, ਰੂੜੀ ਜਿਹਨੂੰ ਕਹਿ ਦਿੰਦੇ ਆ, ਤਾਂ ਉਹ ਪਾ ਦੇਣੀ ਚਾਹੀਦੀ। ਮੈਂ ਉਹ ਵੀ ਤਰੀਕਾ ਦੱਸ ਦਿੰਦਾ ਕਿ ਕਿਵੇਂ ਪਾਉਣੀ ਆ। ਇਹ ਬਿਲਕੁਲ ਉਹਦੇ ਮੁੱਢ ਦੇ ਕੋਲ ਨਹੀਂ ਪਾਉਣੀ, ਜੜ ਦੇ ਕੋਲ। ਤੇ ਇਸ ਤਰ੍ਹਾਂ ਕਰਕੇ ਬਿਲਕੁਲ ਗੋਲ ਤੇ ਸਾਈਡਾਂ ਤੇ ਪਾਉਣੀ ਆ। ਇਸ ਤਰ੍ਹਾਂ ਕਰਕੇ ਤੇ ਆਪਾਂ ਜਿਹੜੀ ਖੁਰਾਕ ਇਹਨੂੰ ਦੇ ਸਕਦੇ ਹਾਂ। ਤੇ ਬਹੁਤ ਜ਼ਿਆਦਾ ਖੁਰਾਕ ਨਹੀਂ ਦੇਣੀ। ਤੇ ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਦੇਸੀ ਖਾਦ ਨਹੀਂ, ਤਾਂ ਉਹ DAP ਖਾਦ ਮਿਲ ਜਾਂਦੀ ਆ, ਤਾਂ ਉਹ ਪਾਈ ਜਾ ਸਕਦੀ ਆ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਦੇਸੀ ਖਾਦ ਰੂੜੀ ਘਰੀ ਨਹੀਂ ਡੰਗਰ, ਤਾਂ ਉਹ ਕਰ ਸਕਦੇ ਆ ਕਿ ਜਿਹੜਾ ਅਸੀਂ ਰਸੋਈ ਦੇ ਵਿੱਚ ਜਿਹੜੀ ਚੀਜ਼ ਵੱਧਦੀ ਆ ਖਾਣ ਵਾਲੀ, ਕੋਈ ਸਬਜ਼ੀਆਂ, ਕੋਈ ਫਰੂਟ ਦੇ ਛਿਲਕੇ ਆ, ਤਾਂ ਉਹਨਾਂ ਨੂੰ ਕਿਸੇ ਵੱਡੇ ਬਾਲਟੀ ਦੇ ਵਿੱਚ, ਕਿਸੇ ਭਾਂਡੇ ਦੇ ਵਿੱਚ, ਤੇ ਜਾਂ ਜੇ ਤੁਹਾਡੇ ਕੋਲ ਕੋਈ ਪੁਰਾਣਾ ਡਰਮ ਆ ਤਾਂ ਉਹਦੇ ਵਿੱਚ ਸੁੱਟੀ ਜਾਓ, ਉਹਨੂੰ ਤੋਂ ਢੱਕ ਕੇ ਰੱਖੋ। ਤੇ ਉਹ ਤੁਹਾਡੀ ਜਿਹੜੀ ਖਾਦ ਆ ਬਹੁਤ ਵਧੀਆ ਤਿਆਰ ਹੋ ਜਾਊਗੀ। ਤੇ ਜਿਹੜੀ ਵੇਲ ਨੂੰ ਵੀ ਖਾਦ ਆਪਾਂ ਦੇਣੀ ਆ, ਰੂੜੀ ਪਾਉਣੀ ਆ, ਉਹ ਵੀ ਪੂਰੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਅੱਜ ਹੀ ਤਾਜ਼ੀ ਤੁਸੀਂ ਲਿਆਣ ਕੇ ਤੇ ਉਹਨੂੰ ਪਾ ਦਿਓ, ਇਸ ਤਰ੍ਹਾਂ ਨਹੀਂ। ਜਿਹੜੀ ਖੁਰਾਕ ਰੂੜੀ ਬਿਲਕੁਲ ਤਿਆਰ ਆ, ਲੰਬੇ ਟਾਈਮ ਤੋਂ ਇੱਕ ਥਾਂ ਪਈ ਹੋਈ, ਜਿਹਦੇ ਵਿੱਚੋਂ ਬਦਬੂ ਮਰ ਜਾਂਦੀ ਆ, ਉਹ ਪਾਓਗੇ ਤੇ ਉਹਦਾ ਹੀ ਅਸਰ ਹੋਣਾ। ਜੇ ਨਵੀਂ ਪਾਓਗੇ ਤੇ ਉਹਦਾ ਤੁਹਾਨੂੰ ਅਸਰ ਜਿਹੜਾ ਉਹ ਦਿਖਾਈ ਨਹੀਂ ਦੇਣਾ। ਆਹ ਦੇਖ ਸਕਦੇ ਤੁਸੀਂ, ਇੱਥੇ ਵੀ ਬਹੁਤ ਸਾਰੀਆਂ ਵੇਲਾਂ ਦੇ ਨਾਲ ਜਿਹੜੀਆਂ ਲੌਕੀਆਂ ਉਹ ਲੱਗੀਆਂ ਹੋਈਆਂ। ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਜੀ, ਜਿਹੜੇ ਗੋਲ ਕੱਦੂ ਆ। ਆਹ ਦੇਖੋ, ਇਹ ਵੀ ਇੱਥੇ ਲੱਗੇ ਹੋਏ ਆ, ਤੁਸੀਂ ਸਾਹਮਣੇ ਵੀ ਦੇਖ ਸਕਦੇ ਆ। ਹੋਰ ਇੱਕ ਛੋਟਾ ਜਿਹਾ ਬਣ ਰਿਹਾ, ਇੱਥੋਂ ਥੱਲੇ ਆ ਜਾਈਏ ਤੇ ਆਹ ਦੇਖੋ ਜੀ। ਤੇ ਆਹ ਦੇਖੋ ਜੀ, ਆ ਇਸੇ ਤਰ੍ਹਾਂ ਹੀ ਤੁਸੀਂ ਹੋਰ ਦੇਖ ਸਕਦੇ ਆ। ਆਹ ਕੱਦੂ ਵੱਡਾ ਹੋ ਰਿਹਾ। ਸੋ ਆ ਇਹ ਸਾਰੇ ਕੱਦੂ ਬਣਨੇ ਆ। ਇਹ ਸਾਰੇ ਦੇ ਸਾਰੇ ਹੀ ਜਿਹੜੇ ਫੁੱਲ ਤੁਹਾਨੂੰ ਨਜ਼ਰ ਆਉਂਦੇ ਆ, ਜਿਹੜੇ ਨਾਰਿਆ, ਉਹਨਾਂ ਦੇ ਕਾਰਨ ਲਾਗੇ ਮਾਦਾ ਵੀ ਆ। ਤੇ ਜਦੋਂ ਇਹਨਾਂ ਤੋਂ ਇਹ ਕਿਰਿਆ ਹੋਏਗੀ ਕਿ ਮਧੂ ਮੱਖੀ ਜਾਂ ਤਿਤਲੀਆਂ, ਹੋਰ ਭੁੰਡੀਆਂ ਉੱਡ ਕੇ ਬੈਠਣਗੀਆਂ, ਤਾਂ ਇਹ ਜਿਹੜੇ ਆ ਕੱਦੂ ਬਣ ਜਾਣਗੇ। ਆ ਦੇਖੋ, ਇੱਧਰ ਵੀ ਆ, ਬਹੁਤ ਸਾਰੇ ਕੱਦੂ ਬਣੇ ਆ। ਤਾਂ ਇਹ ਗੋਲ ਕੱਦੂ ਆ, ਇਹਨਾਂ ਨੂੰ ਦੇਸੀ ਕੱਦੂ ਵੀ ਕਿਹਾ ਜਾਂਦਾ। ਤੁਹਾਨੂੰ ਮੈਂ ਹੋਰ ਵੀ ਦਿਖਾ ਦਿੰਦਾ। ਇਹ ਤਾਂ ਛਾਪਿਆਂ ਦੇ ਉੱਤੇ ਤੇ ਸਾਹਮਣੇ ਕੰਧ ਦੇ ਉੱਤੇ ਵੇਲ ਚੜ ਰਹੀ, ਤੇ ਆਹ ਧਰਤੀ ਦੇ ਉੱਤੇ ਵੀ ਵੇਲ ਆ। ਆਹ ਦੇਖੋ ਜੀ, ਇਹ ਧਰਤੀ ਦੇ ਉੱਤੇ ਵੇਲ ਵਿਛੀ ਹੋਈ ਆ। ਤੇ ਇੱਥੇ ਵੀ ਕੱਦੂ ਕੁਛ ਬਣ ਰਹੇ। ਕਿੱਥੇ ਆ? ਆਹ ਕੱਦੂ ਆ ਜੀ। ਹੋਰ ਵੀ ਆਹ ਦੇਖੋ, ਸਾਰੇ ਕੱਦੂ ਇੱਥੇ ਬਣ ਰਹੇ ਆ। ਸੋ ਇਹ ਬਹੁਤ ਵਧੀਆ ਗੱਲ ਆ ਕਿ ਘਰਾਂ ਦੇ ਵਿੱਚ ਜੇ ਆਪਾਂ ਸਬਜ਼ੀਆਂ ਲਾਈਏ ਤਾਂ ਜਿਹੜੀਆਂ ਆਰਗੈਨਿਕ ਆ, ਬਿਨਾਂ ਜ਼ਹਿਰ ਤੋਂ, ਬਿਨਾਂ ਦਵਾਈਆਂ ਤੋਂ, ਉਹ ਇੱਕ ਤਾਂ ਬਹੁਤ ਹੀ ਨਰਮ ਤੇ ਸਵਾਦ ਇਹਨਾਂ ਦਾ ਬਜ਼ਾਰੂ ਸਬਜ਼ੀਆਂ ਦੇ ਨਾਲੋਂ ਬਹੁਤ ਜ਼ਿਆਦਾ ਹੀ ਵੱਖਰਾ, ਤੇ ਸਿਹਤ ਲਈ ਵੀ ਬਹੁਤ ਚੰਗੀਆਂ। ਸੋ ਇਹ ਥੋੜੀ ਜਿਹੀ ਜਾਣਕਾਰੀ ਸੀ ਜੋ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ। ਤੇ ਇਹਦੀ ਕਈ ਤਰੀਕਿਆਂ ਦੇ ਨਾਲ ਜਿਹੜੀ ਆ ਉਹ ਵਰਤੋਂ ਹੁੰਦੀ ਆ। ਦੂਸਰਾ ਜੀ, ਇਹਨੂੰ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਨਹੀਂ ਦੇਣਾ। ਇਹ ਸਾਂਭ ਸੰਭਾਲ ਦੇ ਵਿੱਚ ਆਉਂਦਾ ਸਾਡੇ ਕਿ ਜਦੋਂ ਪਾਣੀ ਬਹੁਤ ਜ਼ਿਆਦਾ ਦਿੰਦੇ ਆ ਤੇ ਜਿਹੜੇ ਪੱਤੇ ਆ ਉਹ ਹਰੇ ਨਹੀਂ ਰਹਿੰਦੇ, ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਸੋ ਪਾਣੀ ਜਿਹੜਾ ਬਹੁਤ ਧਿਆਨ ਨਾਲ ਥੋੜਾ ਥੋੜਾ ਦੇਣਾ ਚਾਹੀਦਾ। ਪਾਣੀ ਬੇਸ਼ੱਕ ਘੱਟ ਹੋ ਜਾਵੇ, ਉਹਦੀ ਕੋਈ ਗੱਲ ਨਹੀਂ। ਪਾਣੀ ਜ਼ਿਆਦਾ ਹੋ ਗਿਆ ਤਾਂ ਉਹਦੇ ਨਾਲ ਜਿਹੜੇ ਆ ਪੱਤੇ ਆ ਉਹ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਵੇਲ ਵੀ ਘੱਟ ਵੱਧਦੀ ਆ। ਤੇ ਜਿਹੜੇ ਧਰਤੀ ਦੇ ਉੱਤੇ ਵੇਲਾਂ, ਉਹ ਲੰਘਦਿਆਂ ਹੋਇਆਂ ਧਿਆਨ ਰੱਖਣਾ ਕਿ ਪੈਰ ਥੱਲੇ ਨਾ ਆਵੇ, ਉਹਦੇ ਕਾਰਨ ਵੀ
ਉਹ ਜਿਹੜੀਆਂ ਵੇਲਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ। ਤੇ ਜਦੋਂ ਦੂਸਰਾ ਕੈਲਸ਼ੀਅਮ ਦੀ ਘਾਟ ਵੀ ਹੋ ਸਕਦੀ ਆ ਤੁਹਾਡੇ ਉਸ ਮਿੱਟੀ ਦੇ ਵਿੱਚ, ਤੇ ਉਸ ਕਾਰਨ ਵੀ ਜਿਹੜੀ ਆ ਵੇਲ ਆ ਪੀਲੀ ਪੈਂਦੀ ਆ ਤੇ ਜਿਹੜੇ ਫਲ ਆ ਪੂਰੇ ਨਾਲ ਨਹੀਂ ਰਹਿੰਦੇ। ਤੇ ਜਦੋਂ ਤੁਸੀਂ ਕਿਸੇ ਫਲ ਨੂੰ ਤੋੜਨਾ ਤਾਂ ਉਹਨੂੰ ਖਿੱਚਣਾ ਨਹੀਂ ਆ, ਬਲਕਿ ਉਹਨੂੰ ਉਹ ਤੋਂ ਕੱਟਣਾ ਚਾਹੀਦਾ। ਜੇ ਤੁਸੀਂ ਖਿੱਚੋਗੇ ਤੇ ਦੇਖੋ ਇਹਦਾ ਤਣਾ ਬਹੁਤ ਮੋਟਾ, ਤੇ ਹੋ ਸਕਦਾ ਕਿ ਵੇਲ ਨੂੰ ਝਟਕਾ ਵੱਜੇ ਤੇ ਇਸ ਕਾਰਨ ਉਹ ਸੁੱਕ ਜਾਵੇ। ਸੋ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਇਹਨੂੰ ਆਪਾਂ ਕੈਂਚੀ ਦੇ ਨਾਲ ਜਾਂ ਹੋਰ ਕਿਸੇ ਤਿੱਖੀ ਚੀਜ਼ ਦੇ ਨਾਲ ਕੱਟ ਸਕਦੇ ਹਾਂ। ਇਹ ਦੇਖੋ ਹੁਣ ਕਿੰਨਾ ਵੱਡਾ ਇਹਦਾ ਆਕਾਰ ਆ। ਠੀਕ ਹੈ ਜੀ, ਉਮੀਦ ਕਰਦਾ ਕਿ ਤੁਸੀਂ ਥੋੜਾ ਬਹੁਤਾ ਕੋਈ ਇਹਦੇ ਤੋਂ ਲਾਭ ਲਓਗੇ। ਆਪਣੇ ਘਰਾਂ ਦੇ ਵਿੱਚ, ਗਮਲਿਆਂ ਦੇ ਵਿੱਚ, ਜਿੱਥੇ ਥਾਂ ਤੁਹਾਡੇ ਕੋਲ ਪਈ ਹੋਈ ਆ, ਕੋਈ ਦਰਖਤ ਦੇ ਕੋਲ ਜਾਂ ਕੰਧ ਦੇ ਪਾਸ, ਉੱਥੇ ਇਹ ਲਾ ਕੇ ਤੇ ਘਰ ਦੀ ਜਿਹੜੀ ਸਬਜ਼ੀ ਆ ਕੱਦੂ ਦੀ, ਕਿਉਂਕਿ ਇਹਦਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਰਤੋਂ ਹੁੰਦੀ ਹੈ, ਚਾਹੇ ਇਹਦਾ ਰਾਇਤਾ ਬਣਦਾ, ਚਾਹੇ ਇਹਦੀ ਸਬਜ਼ੀ ਬਣਦੀ ਆ, ਕੋਫਤੇ ਬਣਦੇ ਆ, ਕੋਈ ਦੁੱਧ ਦੀ ਸਬਜ਼ੀ ਬਣਾਉਂਦਾ, ਕੋਈ ਇਹਦਾ ਜੂਸ ਲੌਕੀ ਦਾ ਕੱਢ ਕੇ ਪੀਂਦਾ। ਕਈ ਲੋਕ ਜਿਹੜੇ ਆ ਉਹ ਪੈਰਾਂ ਦੇ ਉੱਤੇ ਵੀ ਇਸ ਨੂੰ ਝੱਸਦੇ ਆ। ਸੋ ਇਹ ਸਿਹਤ ਲਈ ਡਾਕਟਰ ਵੀ ਕਹਿੰਦੇ ਆ ਕਿ ਬਹੁਤ ਚੰਗੀ ਚੀਜ਼ ਆ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।